ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਜੇ ਮੁਹਾਕਾ ਘਰ ਮੂਹੈ, ਘਰ ਮੋਹਿ ਪਿਤਰੀ ਦੇ। ਅੱਗੇ ਵਸਤ ਸਿਆਣੀ ਐ, ਪਿਤਰੀ ਚੋਰ ਕਰੇ। ਵੱਡੀ ਹੈ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ, ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਸ 17ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ, 16 ਪੌੜੀਆਂ ਤੱਕ ਦੀ ਵਿਚਾਰ ਹੋ ਚੁੱਕੀ ਹੈ। ਅੱਜ 17ਵੀਂ ਪੌੜੀ ਦੇ ਨਾਲ ਸਤਿਗੁਰਾਂ ਦੇ 2 ਸ਼ਲੋਕ ਦਰਜ ਨੇ। ਪਹਿਲੇ ਸ਼ਲੋਕ ਦਾ ਅੱਜ ਆਪਾਂ ਪਾਠ ਸਰਵਣ ਕੀਤਾ ਹੈ ਤੇ ਇਸ ਸ਼ਲੋਕ ਦੇ ਵਿੱਚ ਇੱਕ ਹਿੰਦੂ ਮਤ ਦੇ ਵਿੱਚ ਚੱਲੀ ਆ ਰਹੀ ਮਨੌਤ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਿਅੰਗਮਈ ਢੰਗ ਦੇ ਨਾਲ ਦਲੀਲ ਦੇ ਕੇ ਆਪਣਾ ਗੁਰਮਤਿ ਦਾ ਨਜ਼ਰੀਆ ਪੇਸ਼ ਕੀਤਾ ਹੈ। ਹਿੰਦੂ ਮਤ ਜਿਹੜੀ ਹੈ ਇਹ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਧਰਮ ਦੇ ਜੁੰਗਲ ਦੇ ਵਿੱਚ ਫਸਾਈ ਰੱਖਦੀ ਹੈ। ਮੈਂ ਪਿਛਲੇ ਦਿਨੀ ਅਰਜ਼ ਵੀ ਕੀਤੀ ਸੀ ਕਿ ਇਹ ਜੰਮਣ ਤੋਂ ਲੈ ਕੇ ਮਰਨ ਤੱਕ ਹਰੇਕ ਕਰਮ ਦੇ ਵਿੱਚ ਬ੍ਰਾਹਮਣ ਇਹ ਗੱਲ ਚਾਹੁੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪਾਠ ਪੂਜਾ ਮੈਂ ਵਾੜ ਦੇਵਾਂ। ਇਹਨੇ ਮਰਨ ਤੱਕ ਵੀ ਕੰਮ ਨਹੀਂ ਛੱਡਿਆ। ਮਰਨ ਤੋਂ ਬਾਅਦ ਜਿਹੜੇ ਮਰ ਚੁੱਕੇ ਨੇ, ਇਹ ਹੁਣ ਕਹਿੰਦਾ ਕਿ ਮੈਂ ਉਹਨਾਂ ਦਾ ਵੀ ਜਿਹੜਾ ਹੈ ਉਹ ਕੋਈ ਨਾ ਕੋਈ ਪਾਠ ਪੂਜਾ, ਕੋਈ ਨਾ ਕੁਝ ਇਹੋ ਜਿਹੇ ਕਰਮ ਪ੍ਰਚਲਿਤ ਕਰ ਦੇਵਾਂ। ਇਹਦੇ ਪਿੱਛੇ ਇੱਕ ਕਾਰਨ ਹੈ, ਜਦੋਂ ਮਨੁੱਖ ਨੂੰ ਕਿਸੇ ਥਾਂ ਤੋਂ ਕੁਝ ਗ੍ਰਹਿਣ ਕਰਨ ਨੂੰ ਮਿਲਦਾ ਹੈ, ਕੁਝ ਪ੍ਰਾਪਤ ਕਰਨ ਵਾਸਤੇ ਮਿਲਦਾ, ਤੇ ਮਨੁੱਖ ਫਿਰ ਇਹੋ ਜਿਹੇ ਜਿਹੜੇ ਨੇ ਕਈ ਤਰ੍ਹਾਂ ਦੇ ਢੋਂਗ ਰਚਦਾ ਹੈ। ਹੁਣ ਇਹ ਗੱਲ ਸਪਸ਼ਟ ਹੈ, ਜੇ ਪਾਠ ਕੀਤਾ ਜਾਵੇਗਾ, ਪੂਜਾ ਕੀਤੀ ਜਾਵੇਗੀ, ਦਾਨ ਲਿਆ ਜਾਵੇਗਾ, ਕੋਈ ਸ਼ਰਾਧ ਕੀਤਾ ਜਾਵੇਗਾ, ਕੋਈ ਵੀ ਕਰਮ ਕੀਤਾ ਜਾਵੇਗਾ, ਉਹਦੀ ਜਿਹੜੀ ਦਕਸ਼ਨਾ ਹੈ ਇਹ ਬ੍ਰਾਹਮਣ ਦੇ ਕੋਲ ਆਉਣੀ ਹੈ। ਤੇ ਬ੍ਰਾਹਮਣ ਕਦੇ ਨਹੀਂ ਚਾਹੁੰਦਾ ਕਿ ਮੈਂ ਜਿਹੜਾ ਉਹ ਇਹੋ ਜਿਹਾ ਸਪਸ਼ਟੀਕਰਨ ਸੰਗਤ ਦੇ ਸਾਹਮਣੇ, ਲੋਕਾਂ ਸਾਹਮਣੇ ਦੇ ਦੇਵਾਂ ਜਿਹਦੇ ਨਾਲ ਮੇਰੀ ਰੋਟੀ ਦੇ ਵਿੱਚ ਲੱਤ ਵੱਜੇ। ਇਹਨਾਂ ਕਰਮਾਂ ਦੇ ਵਿੱਚੋਂ ਇੱਕ ਅੱਜ ਦਾ ਕਰਮ ਹੈ ਕਿ ਜਿਹੜਾ ਪਿੱਤਰਾਂ ਦੇ ਨਿਮਿਤ ਮਨੁੱਖ ਸਰਾਧ ਕਰਾਉਂਦਾ ਹੈ। ਇਹ ਯਾਦ ਰੱਖਿਓ, ਹਿੰਦੂ ਮਤ ਦੇ ਵਿੱਚ ਕੁਝ ਧਾਰਮਿਕ ਗ੍ਰੰਥ ਨੇ। ਉਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ 18 ਪੁਰਾਣ ਨੇ। ਪੁਰਾਣਾਂ ਦੇ ਵਿੱਚ ਇੱਕ ਗਰੁੜ ਪੁਰਾਣ ਹੈ। ਜਿਹੜਾ ਗਰੁੜ ਪੁਰਾਣ ਹੈ ਉਹਦੇ ਵਿੱਚ ਪੁਰਾਣੀ ਚੜ੍ਹਾਈ ਕਰਨ ਤੋਂ ਲੈ ਕੇ ਤੇ ਇਹਦੇ ਸਵਰਗਾ ਤੱਕ ਪਹੁੰਚਣ ਦਾ ਜੋ ਵੀ ਡਿਟੇਲ ਹੈ ਸਾਰੀ ਉਹਦੇ ਵਿੱਚ ਲਿਖੀ ਹੋਈ ਹੈ। ਇਹ ਗਰੁੜ ਪੁਰਾਣ ਇਹ ਗੱਲ ਲਿਖਦਾ ਹੈ। ਕੁਝ ਮੈਂ ਬੇਨਤੀਆਂ ਅੱਜ ਦੇ ਪ੍ਰਥਾਏ ਕਰਨੀਆਂ ਨੇ ਕਿ ਪਿੱਤਰਾਂ ਤੱਕ ਕੰਮ ਪਹੁੰਚਦਾ ਕਿਵੇਂ ਹੈ। ਪਹਿਲੀ ਬੇਨਤੀ, ਗਰੁੜ ਪੁਰਾਣ ਦੇ ਵਿੱਚ ਇਹ ਜਿੰਨੀਆਂ ਵੀ ਕਰਮ ਅਸੀਂ ਕਰਦੇ ਨਾ ਅੱਜ, ਇਹ ਗਰੁੜ ਪੁਰਾਣ ਦੀਆਂ ਨੇ। ਉਹ ਇਹ ਗੱਲ ਕਹਿੰਦੇ ਨੇ ਕਿ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਹੈ, ਚੜ੍ਹਾਈ ਕਰਨ ਤੋਂ ਲੈ ਕੇ ਤੇ ਟਿਕਾਣੇ ਲੱਗਣ ਤੱਕ, ਟਿਕਾਣੇ ਦਾ ਸ਼ਬਦ ਮੈਂ ਤਾਂ ਵਰਤਿਆ, ਇਹ ਸਵਰਗ ਜਾਂ ਨਰਕ, ਇੱਕ ਥਾਂ ਤੇ ਪਹੁੰਚਣ ਤੱਕ ਇਹਨੂੰ 11 ਮਹੀਨੇ ਲੱਗਦੇ ਨੇ। ਤੇ ਜਿਹੜਾ ਸਾਲ ਹੈ ਉਹ 12 ਮਹੀਨਿਆਂ ਦਾ ਹੁੰਦਾ ਹੈ। ਹੁਣ ਉਹ 11 ਜਾਂ 12 ਮਹੀਨਿਆਂ ਦੇ ਸਾਲ ਨੂੰ ਤਕਰੀਬਨ ਜਿਹੜਾ ਉਹ ਗਿਣ ਕੇ ਇਹਨੂੰ ਵਰੀ ਨਾ ਕਹਿ ਦਿੱਤਾ ਜਾਂਦਾ ਹੈ ਕਿ ਇੱਕ ਵਰਾ ਹੋ ਗਿਆ, ਇੱਕ ਸਾਲ ਹੋ ਗਿਆ। ਉਸ ਵਰੀ ਨੇ ਤੋਂ ਬਾਅਦ ਸ਼ਬਦ ਵਰੀਨਾ ਬਣਦਾ ਹੈ। ਆਮ ਤੁਸੀਂ ਵੇਖੋ ਕਿ ਜਦੋਂ ਮਨੁੱਖ ਮਰਦਾ ਹੈ ਉਹਦੇ ਮਰਨ ਤੋਂ ਬਾਅਦ ਵਰੀਨਾ ਕਰਾਇਆ ਜਾਂਦਾ ਹੈ।
ਇਹ ਮੈਂ ਗਾਂ ਨਾਲ ਦੀ ਨਾਲ ਗੁਰਮਤਿ ਦਾ ਨਜ਼ਰੀਆ ਪੇਸ਼ ਕਰ ਦਾਂਗਾ। ਵਰੀਨੇ ਕਰਾਉਣ ਦਾ ਭਾਵ ਇਹ ਹੁੰਦਾ ਕਿ ਪ੍ਰਾਣੀ ਇੱਥੇ ਤੁਰਿਆ ਸੀ ਤੇ ਉਹ ਟਿਕਾਣੇ ਤੇ ਲੱਗ ਗਿਆ, ਜਦੋਂ ਲੱਗਦਾ ਫਿਰ ਅਰਦਾਸ ਕਰਾਈ ਜਾਂਦੀ ਹੈ ਕਿ ਰੱਬਾ ਇਹਨੂੰ ਬਖਸ਼ ਲਈ। ਪਰ ਗੁਰਮਤਿ ਇਸ ਚੀਜ਼ ਨੂੰ ਨਹੀਂ ਮੰਨਦੀ। ਮੈਂ ਇੱਕ ਪ੍ਰਮਾਣ ਨਾਲ ਦੇ ਨਾਲ ਗੁਰਮਤਿ ਦਾ ਦੇਈ ਜਾਵਾਂਗਾ। ਗੁਰਮਤਿ ਇਹ ਗੱਲ ਕਹਿੰਦੀ ਹੈ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ, ਇਹਦੇ ਸਵਾਸ ਨਿਕਲ ਜਾਂਦੇ ਨੇ। ਇਹ ਦੋ ਚੀਜ਼ਾਂ ਨੇ, ਇੱਕ ਸਾਡੇ ਕੋਲ ਬਾਡੀ ਹੈ, ਇੱਕ ਆਤਮਾ ਹੈ। ਬਾਡੀ ਜਿਹੜੀ ਹੈ ਸਤਿਗੁਰੂ ਕਹਿਣ ਲੱਗੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਾਤ ਲੋਕ ਦੇ ਉੱਤੇ ਸਾਂਭ ਦਿੱਤੀ ਜਾਂਦੀ ਹੈ। ਜਿਹੜੀ ਅੰਦਰ ਦੀ ਜਿੰਦ ਹੈ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਲਿਆ ਉਹਦੇ ਬਾਰੇ ਕੀ ਕਹਿ ਸਕਦੇ, ਕਿੱਥੇ ਜਾ ਕੇ ਟਿਕਦੀ ਹੈ। ਉਹ ਅਸੀਂ ਬਚਨ ਪੜ੍ਹਦੇ ਹਾਂ ਜੀ, ਇੱਕ ਦੱਜਿਆ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਹ ਸੱਟੀਆਂ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੀ। ਇਹਨਾਂ ਤੇ ਪਤਾ ਕੋਈ ਨਹੀਂ ਅੰਦਰ ਦੀ ਆਤਮਾ ਕਿੱਥੇ ਚਲੀ ਜਾਂਦੀ ਹੈ। ਹੁਣ ਉਹਨਾਂ ਹੀ ਕਰਮਾਂ ਦੇ ਵਿੱਚ ਮੁਤਾਬਕ ਜਿਹੜਾ ਹੈ ਉਹ 10ਵੀਂ ਕੀਤੀ ਜਾਂਦੀ ਹੈ, 13ਵੀਂ ਕੀਤੀ ਜਾਂਦੀ ਹੈ, 17ਵੀਂ ਕੀਤੀ ਜਾਂਦੀ ਹੈ, ਫਿਰ ਵਰੀਨਾ ਕਰਾਇਆ ਜਾਂਦਾ ਹੈ। ਜਦੋਂ ਵਰੀਨਾ ਹੋ ਜਾਂਦਾ ਹੈ ਤੇ ਵਰੀਨੇ ਦੇ ਵਿੱਚ ਇੱਕ ਹੋਰ ਕਰਮ ਇਹ ਜਿਹੜਾ ਹਿੰਦੂ ਮੱਤ ਦਿੰਦੀ ਹੈ, ਇਹਨਾਂ ਦੇ ਮੁਤਾਬਕ ਇੱਕ ਨਦੀ ਹੈ, ਉਹਨੂੰ ਵੈਤਰਨੀ ਨਦੀ ਕਿਹਾ ਜਾਂਦਾ ਹੈ। ਉਹ ਇਹ ਕਿਹਾ ਜਾਂਦਾ ਕਿ ਜਦੋਂ ਜੀਵ ਆਤਮਾ ਸਫ਼ਰ ਤੈਅ ਕਰਦੀ ਹੈ ਨਾ, ਉਹ ਖੂਨ ਦੇ ਨਾਲ, ਉਹ ਪਾਪਾਂ ਦੇ ਨਾਲ ਭਰੀ ਪਈ ਨਦੀ ਹੈ। ਉਹਨੂੰ ਪਾਰ ਕਰਨ ਵਾਸਤੇ ਧਾਰਮਿਕ ਕਿਸੇ ਵੀ ਵਸਤੂ ਦੀ ਲੋੜ ਹੈ, ਤੇ ਇਹਨਾਂ ਦੇ ਕੋਲ ਜਿਹੜੀ ਧਾਰਮਿਕ ਵਸਤੂ ਜਾਂ ਚੰਗੀ ਚੀਜ਼ ਉਹ ਗਾਂ ਹੈ। ਇਹ ਹਿੰਦੂ ਮਤ ਇਹ ਗੱਲ ਮੰਨਦੇ ਨੇ ਕਿ ਉਹ ਵੈਤਰਨੀ ਨਦੀ ਨੂੰ ਪਾਰ ਕਰਨ ਵਾਸਤੇ ਜੀਵ ਆਤਮਾ ਨੂੰ ਜਿਹੜਾ ਉਹ ਗਾਂ ਦਾ ਸਹਾਰਾ ਲੈਣਾ ਪੈਂਦਾ ਹੈ। ਹੁਣ ਇੱਥੇ ਫਿਰ ਵਿਅੰਗ ਹੈ। ਇਹਨਾਂ ਨੇ ਕੀ ਕੀਤਾ ਕਿ ਜੀਵ ਚੜ੍ਹਾਈ ਕੀਤਾ, ਚੜ੍ਹਾਈ ਕਰਨ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਬ੍ਰਾਹਮਣ ਆਣ ਕੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਕਿ ਉਹ ਤੁਹਾਡਾ ਜਿਹੜਾ ਬਜ਼ੁਰਗ ਹੈ, ਉਹ ਜਿਹੜਾ ਵੀ ਤੁਹਾਡਾ ਮਰਿਆ ਹੋਇਆ ਘਰ ਦੇ ਵਿੱਚੋਂ ਹੈ, ਉਹਨੂੰ ਵੈਤਰਨੀ ਨਦੀ 'ਚੋਂ ਲੰਘਣਾ ਪੈਣਾ। ਹੁਣ ਇੱਕ ਗਊ ਦਾਨ ਕਰੋ। ਤੇ ਯਾਦ ਰੱਖਿਓ ਗਊ ਜਿਹੜੀ ਉਹ ਸੱਜਰੀ ਮੰਗੀ ਜਾਂਦੀ ਹੈ, ਲਵੇਰੀ ਮੰਗੀ ਜਾਂਦੀ ਹੈ, ਫੰਡਰ ਨਹੀਂ ਮੰਗੀ ਜਾਂਦੀ। ਫੰਡਰ ਤੇ ਵਾਧੂ ਤੁਰੀਆਂ ਫਿਰਦੀਆਂ। ਇੱਥੇ ਚਲੋ ਮੈਂ ਇੱਕ ਨਾਲ ਦੀ ਨਾਲ ਵਿਅੰਗ ਜਿਹਾ ਦੇ ਦੇਣਾ ਤੁਹਾਨੂੰ, ਹੈ ਤਾਂ ਵੈਸੇ ਕਹਾਣੀ। ਇਹ ਇੱਕ ਕਿਸਾਨ ਸੀ, ਜੱਟ ਪਰਿਵਾਰ ਸੀ, ਡੰਗਰ ਉਹਨਾਂ ਦੇ ਘਰ ਦੇ ਸਨ, ਮੱਝਾਂ ਗਾਵਾਂ। ਉਹਨਾਂ ਦਾ ਬਾਪੂ ਚੜ੍ਹਾਈ ਕਰ ਗਿਆ ਤੇ ਬ੍ਰਾਹਮਣ ਆਇਆ, ਆਣ ਕੇ ਕੁਝ ਮਹੀਨਿਆਂ ਬਾਅਦ ਕਹਿੰਦਾ ਤੁਹਾਡਾ ਪਿਤਾ ਚੜ੍ਹਾਈ ਕਰ ਗਿਆ ਸੀ। ਕਹਿੰਦਾ ਹਾਂਜੀ। ਕਹਿੰਦਾ ਉਹ ਤੇ ਪਾਸੇ ਲੱਗਾ ਹੀ ਕੋਈ ਨਹੀਂ। ਪਰਿਵਾਰ ਵਾਲਿਆਂ ਨੂੰ ਫਿਕਰ ਪੈ ਗਿਆ। ਕਹਿੰਦਾ ਕੀ ਹੋਇਆ? ਕਹਿਣ ਲੱਗਾ ਜੀ ਹੋਣਾ ਕੀ ਹੈ, ਉਹ ਵੈਤਰਨੀ ਨਦੀ ਦੇ ਵਿੱਚ ਅੜ ਗਿਆ, ਉਹਨੂੰ ਪਾਰ ਨਹੀਂ ਕਰ ਸਕਦਾ। ਕਹਿੰਦੇ ਹੁਣ ਕੀ ਕੀਤਾ ਜਾਵੇ? ਬ੍ਰਾਹਮਣ ਅੱਗੋਂ ਕਹਿੰਦਾ ਇੱਕ ਗਊ ਦਾਨ ਕਰੋ। ਗਊ ਜਿਹੜੀ ਉਹਦੀ ਪੂਛ ਫੜ ਕੇ ਤੇ ਇਹ ਵੈਤਰਨੀ ਨਦੀ ਜਿਹੜੇ ਪਾਰ ਕਰੇਗਾ। ਉਹਨੇ ਜਿਹੜਾ ਜੱਟ ਬੂਟ ਸੀ ਉਹਨੇ ਫੜ ਕੇ ਨਦੀ ਪਾਰ ਕਰਾ, ਉਹਨੇ ਗਊ ਦੇ ਦਿੱਤੀ। ਕਹਿੰਦਾ ਬ੍ਰਾਹਮਣ ਜੀ ਤੁਸੀਂ ਲੈ ਜਾਓ, ਇਹ ਗਊ ਲੈ ਜਾਓ, ਜੇ ਸਾਡਾ ਪਾਪਾ ਇੱਕ ਗਾਂ ਦੇ ਨਾਲ ਪਾਰ ਹੋ ਸਕਦਾ ਤੇ ਹੋ ਜੇ। ਹੁਣ ਕਮਾਲ ਦੀ ਗੱਲ ਹੈ, ਵੈਤਰਨੀ ਨਦੀ ਹੈ ਸਾਰਾ ਮਿਥਿਆਸ। ਵੈਤਰਨੀ ਨਦੀ ਹੈ ਪਤਾ ਨਹੀਂ ਕਿੱਥੇ, ਆਕਾਸ਼ ਦੇ ਵਿੱਚ, ਸਪੇਸ ਦੇ ਵਿੱਚ ਕਿੱਥੇ ਹੈ, ਪਰ ਗਾਂ ਇੱਥੇ ਹੈ। ਉਹ ਬੰਦਾ ਬੜਾ ਦੇਸੀ ਜਿਹਾ ਸੀ, ਉਹਨੇ ਵੇਖਿਆ ਕਿ ਗਊ ਦਾਨ ਕੀਤੀ ਨੂੰ ਮਹੀਨਾ 10 ਦਿਨ ਕੁਝ ਖੰਡ ਸਮਾਂ ਹੋ ਗਿਆ। ਉਹ ਬ੍ਰਾਹਮਣ ਦੇ ਘਰ ਦੇ ਲਾਗੋਂ ਦੀ ਲੰਘਿਆ, ਕਹਿਣ ਲੱਗਾ ਪੰਡਿਤ ਜੀ ਵੇਖਿਆ ਵੀ ਗਾਂ ਤੇ ਬੜੀ ਵਧੀਆ ਉੱਥੇ ਵੱਜੀ ਪਈ ਹੈ। ਮਨ 'ਚ ਸੋਚਿਆ ਵੀ ਇਹ ਗਾਂ ਇੱਥੇ ਹੈ, ਬਾਪੂ ਸਾਡੇ ਨੇ ਗਾਂ ਦੀ ਪੂਛ ਫੜ ਕੇ ਲੰਘਣਾ ਸੀ, ਹੁਣ ਸੱਜਰੀ ਗਾਂ ਦੇ ਇਹਨੂੰ ਜੀ ਵੀ ਕਿਹਦਾ ਕਰਦਾ ਹੈ। ਉਹਨੇ ਆ ਕੇ ਬ੍ਰਾਹਮਣ ਨੂੰ ਪੁੱਛਿਆ, ਕਹਿਣ ਲੱਗਾ ਪੰਡਿਤ ਜੀ ਤੁਸੀਂ ਕਹਿੰਦੇ ਸੋ ਸਾਡੇ ਬਾਪੂ ਨੂੰ ਇਹ ਗਊ ਦੀ ਲੋੜ ਹੈ, ਉਹਦੀ ਪੂਛ ਫੜ ਕੇ ਉਹਨੇ ਪਾਰ ਹੋਣਾ ਹੈ, ਤੇ ਕੀ ਬਾਪੂ ਜੀ ਪਾਰ ਹੋ ਗਏ? ਗਾਂ ਤੁਸੀਂ ਲੈਣਤੀ ਹੈ। ਕਹਿੰਦਾ ਹਾਂ ਬਾਪੂ ਤੇਰਾ ਪਾਰ ਹੋ ਗਿਆ ਨਦੀ ਦੇ ਵਿੱਚੋਂ। ਕਹਿੰਦਾ ਜੀ ਟਿਕਾਣੇ ਲੱਗ ਗਿਆ? ਕਹਿੰਦਾ ਹਾਂ। ਉਹਨੇ ਰੱਸਾ ਖੋਲਿਆ, ਗਾਂ ਫੜ ਕੇ ਤੁਰ ਪਿਆ। ਕਹਿੰਦਾ ਬ੍ਰਾਹਮਣ ਆਂਦਾ ਕਿ ਇਹ ਕੀ ਕਰਦਾ? ਕਹਿੰਦਾ ਮੈਂ ਗਾਂ ਦਿੱਤੀ ਸੀ, ਬਾਪੂ ਪਾਰ ਹੋ ਗਿਆ, ਤੂੰ ਗਾਂ ਦਾ ਕੀ ਲੱਗਦਾ? ਗਾਂ ਤੇ ਮੇਰੀ ਸੀ, ਲੈ ਕੇ ਆਪਣੇ ਕਿੱਲੇ ਤੇ ਬੰਨ੍ਹ ਦਿੱਤੀ। ਮੇਰੇ ਕਹਿਣ ਦਾ ਭਾਵ ਇਹੋ ਜਿਹੇ ਭੁਲੇਖੇ ਲੋਕਾਂ ਦੇ ਵਿੱਚ ਪਾਏ ਜਾਂਦੇ ਨੇ ਕੇਵਲ ਤੇ ਕੇਵਲ ਲੁੱਟਣ ਦੇ ਵਾਸਤੇ। ਉਸ ਤੋਂ ਬਾਅਦ ਜਦੋਂ ਮਨੁੱਖ ਮਰ ਜਾਂਦਾ ਹੈ, ਮਰਨ ਤੋਂ ਬਾਅਦ ਸਰਾਧ ਕਰਾਏ ਜਾਂਦੇ ਨੇ। ਇਹ 3 ਤਰੀਕਿਆਂ ਦੇ ਸਰਾਧ ਹੁੰਦੇ ਨੇ। ਇੱਕ ਸਰਾਧ ਹੁੰਦਾ ਜੀ, ਜਿਹੜੀ ਤਰੀਕ ਜਿਹੜੇ ਮਹੀਨੇ ਨੂੰ ਮਨੁੱਖ ਮਰਦਾ ਹੈ ਨਾ, ਉਸੇ ਤਰੀਕ ਉਸੇ ਹੀ ਮਹੀਨੇ ਨੂੰ ਸਾਲ ਬਾਅਦ ਸਰਾਧ ਕੀਤਾ ਜਾਂਦਾ ਹੈ। ਇੱਕ ਸਰਾਧ ਜਿਹੜਾ ਹੈ ਇਹ ਪੂਰਨਮਾਸ਼ੀ ਦੇ ਉੱਤੇ ਜਾਂ ਮੱਸਿਆ ਦੇ ਉੱਤੇ, ਸੰਗਰਾਂਦ ਦੇ ਉੱਤੇ ਕੀਤਾ ਜਾਂਦਾ ਹੈ। ਇੱਕ ਸਰਾਧ ਜਿਹੜਾ ਅੱਸੂ ਦੇ ਮਹੀਨੇ ਦੇ ਵਿੱਚ ਜਾ ਕੇ ਕੀਤਾ ਜਾਂਦਾ ਹੈ। ਉਹ ਅੱਸੂ ਦੀ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ ਜਿਹੜੇ 15 ਦਿਨ ਨੇ, ਉਹ 15 ਦਿਨ ਸ਼ਰਾਧ ਕਰਾ ਕੇ ਤੇ ਉਹ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਹੈ। ਤੇ ਇਹ ਸ਼ਿਕਾਇਤ ਕਿਹਨਾਂ ਦੇ ਨਿਮਿਤ ਜਾਂਦਾ? ਪਿੱਤਰ ਕਹਿੰਦੇ ਨੇ, ਜਿਹੜੇ ਸਾਡੇ ਵੱਡੇ ਵਡੇਰੇ ਪਿਤਾ ਦਾਦੇ ਪੜਦਾਦੇ ਜਿਹੜੇ ਮਰ ਚੁੱਕੇ ਨੇ ਉਹਨਾਂ ਦੇ ਨਿਮਿਤ। ਹੁਣ ਜਿਹੜਾ ਸਰਾਧ ਹੈ, ਵੈਸੇ ਜੇ ਸਰਾਧ ਦੇ ਅਰਥ ਇਹ ਦਾਲ ਫੁਲਕਾ ਨਹੀਂ ਹੈਗੇ, ਖੀਰ ਪੂੜੀਆਂ ਨਹੀਂ ਹੈਗੀਆਂ। ਸਰਾਧ ਦੇ ਅਰਥ ਹਿੰਦੂ ਮਤ ਦੇ ਮੁਤਾਬਕ ਇਹ ਨੇ ਕਿ ਸ਼ਰਧਾ ਨਿਮਿਤ ਕੀਤਾ ਹੋਇਆ ਦਾਨ ਪੁੰਨ, ਜਾਂ ਇਹਦੇ ਨੂੰ ਕਰ ਲਈਏ ਸ਼ਰਧਾ ਨਿਮਿਤ ਕੀਤਾ ਹੋਇਆ ਕਰਮ।
ਹੁਣ ਜਦੋਂ ਕਿਸੇ ਦਾ ਬਜ਼ੁਰਗ ਚੜ੍ਹਾਈ ਕਰਦਾ ਹੈ, ਉਹ ਸ਼ਰਧਾ ਦੇ ਨਿਮਿਤ ਸ਼ਰਧਾ ਸਹਿਤ ਜਿਹੜਾ ਹੈ ਉਹ ਪੰਡਿਤ ਨੂੰ ਸੱਦ ਕੇ ਤੇ ਭੋਜਨ ਪਾਣੀ ਖਵਾਉਂਦਾ ਹੈ। ਆਉਣਾ ਮੈਂ ਅੱਜ ਦੀ ਵਿਚਾਰ ਵਾਲਾ, ਆਪਾਂ ਪਹਿਲਾਂ ਥੋੜ੍ਹੀ ਜਿਹੀ ਭੂਮਿਕਾ ਬਣ ਲਈਏ। ਇਹ ਤਿੰਨ ਤਰੀਕਿਆਂ ਨਾਲ ਮਨੁੱਖ ਨੂੰ ਲੁੱਟਿਆ ਜਾਂਦਾ ਰਿਹਾ, ਪਰ ਅੱਜ ਮੈਂ ਬੇਨਤੀ ਕਰਾਂ ਗੁਰਮੁਖੋ, ਇਹ ਚੀਜ਼ਾਂ ਗੁਰਮਤ ਦੇ ਵਿੱਚ ਵੀ ਬਹੁਤ ਹੈਵੀ ਨੇ। ਗੁਰਮਤ ਦੇ ਵਿੱਚ ਵੀ ਸਾਡੇ ਘਰਾਂ ਦੇ ਵਿੱਚ ਮੈਂ ਬੜੀ ਵਾਰੀ ਅਰਜ਼ ਕੀਤੀ ਹੈ, ਬੈਠੇ ਤੁਸੀਂ ਗੁਰੂ ਘਰਾਂ 'ਚ ਜੇ ਨਾਮ ਗੁਰਦੁਆਰੇ ਦਾ ਵੱਜਦਾ ਹੈ, ਮੈਨੂੰ ਮਾफ़ ਕਰਨ, ਅੰਦਰ ਮਰਿਆਦਾ ਬਹੁਤੀਆਂ ਜਿਹੜੀਆਂ ਨੇ ਉਹ ਬ੍ਰਾਹਮਣਵਾਦ ਦੀਆਂ ਵੜੀਆਂ ਹੋਈਆਂ ਨੇ। ਗੁਰਮਤ ਇਹ ਗੱਲ ਕਹਿੰਦੀ ਹੈ, ਮੈਂ ਥੋੜਾ ਜਿਹਾ ਹਿੰਟ ਹੀ ਦੇਣਾ ਬਸ। ਗੁਰਮਤ ਇਹ ਕਹਿੰਦੀ ਹੈ ਕਿ ਜਦੋਂ ਮਨੁੱਖ ਮਰਦਾ ਹੈ ਮੰਜੇ ਤੋਂ ਥੱਲੇ ਨਹੀਂ ਤਾਰਨਾ, ਪਰ ਜਿਹਦੇ ਮੰਜੇ ਤੋਂ ਮਰਦਾ ਹੈ ਇਹ ਅਸੀਂ ਉਹਨਾਂ ਦੇ ਮੱਤ ਦੇ ਮੁਤਾਬਕ ਥੱਲੇ ਤਾਰ ਦਿੰਦੇ ਹਾਂ। ਘੜਾ ਭੰਨਣ ਨੂੰ ਗੁਰਮਤ ਮਨਾ ਕਰਦੀ, ਅਸੀਂ ਉਹ ਭੰਨਦੇ ਹਾਂ। ਯਾਦ ਰੱਖਿਓ, ਗੁਰਮਤ ਸਿਰਫ ਇਹ ਬੜਾ ਸੌਖਾ ਸਾਨੂੰ ਰਾਹ ਦਿੰਦੀ ਹੈ ਵੀ ਭਲਿਆ ਜੀਵ ਚੜ੍ਹਾਈ ਕੀਤਾ, ਜਿਵੇਂ ਹੋ ਸਕਦਾ ਉਹਨੂੰ ਸਾਂਭ ਦੇ। ਗੁਰਮਤ ਇਹ ਗੱਲ ਕਹਿੰਦੀ ਹੈ ਜਿਵੇਂ ਹੋ ਸਕਦਾ ਹੈ ਉਹਨੂੰ ਸਾਂਭਦੇ। ਹਾਂ, ਸੰਸਕਾਰ ਕਰਨਾ ਸਭ ਤੋਂ ਵਧੀਆ ਤਰੀਕਾ ਹੈ, ਕਿਉਂਕਿ ਦੱਬਣ ਵਾਸਤੇ ਜਗ੍ਹਾ ਬੜੀ ਚਾਹੀਦੀ ਹੈ, ਤੇ ਉਹਦੇ ਵਾਸਤੇ ਅੱਜ ਵੀ ਫੋਰਨ ਕੰਟਰੀਆਂ ਵਾਲਿਆਂ ਨੇ ਵੀ ਸਾੜਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਨਾਂ ਕੋਲ ਜਗ੍ਹਾ ਨਹੀਂ ਇੰਨੀ ਬਚੀ। ਹੁਣ ਕਿੰਨੀਆਂ ਕੁ ਕਬਰਾਂ ਬਣਾਈ ਜਾਣ, ਤੇ ਜਾਂ ਪਾਣੀ 'ਚ ਕੋਈ ਸੁੱਟਦਾ ਸੀ, ਕਿ ਨਦੀਆਂ 'ਚ ਰੋੜਦਾ, ਉਹ ਤੋਂ ਵੀ ਬਿਮਾਰੀ ਫੈਲਦੀ। ਇਸ ਕਰਕੇ ਸਭ ਤੋਂ ਵਧੀਆ ਤਰੀਕਾ ਸੀ ਸਰੀਰ ਦਾ ਦਾਹ ਸੰਸਕਾਰ ਕਰ ਦਿੱਤਾ ਜਾਵੇ। ਗੁਰਮਤ ਦਾ ਨਜ਼ਰੀਆ ਸਰੀਰ ਨੂੰ ਸਾਂਭਣ ਦਾ ਹੈ, ਸਰੀਰ ਨੂੰ ਸਮੇਟਣ ਦਾ ਹੈ। ਜੇ ਤੁਸੀਂ ਨਹੀਂ ਸਮੇਟਦੇ, ਫਿਰ ਪ੍ਰਮਾਤਮਾ ਦਾ ਤਰੀਕਾ ਜੀ ਕੁਝ ਸਮੇਂ ਬਾਅਦ ਉਸੇ ਸਰੀਰ ਦੇ ਗਲਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਸਰੀਰ ਮਿੱਟੀ ਹੋ ਗਿਆ, ਉਹਦੇ 'ਚ ਪ੍ਰਮਾਤਮਾ ਕਿਰਮ ਪੈਦਾ ਕਰ ਦਿੰਦਾ, ਉਹ ਕਿਰਮ ਪੈ ਕੇ ਕੀੜੇ ਆਪਣੇ ਆਪ ਸਰੀਰ ਨੂੰ ਖਤਮ ਕਰ ਦਿੰਦੇ ਨੇ। ਸੋ ਜਦੋਂ ਗੁਰਮਤ ਕਹਿੰਦੀ ਹੈ ਜੀਵ ਚੜ੍ਹਾਈ ਕਰ ਜਾਂਦਾ ਹੈ, ਉਸ ਤੋਂ ਬਾਅਦ ਜਿਹੜਾ ਇਹਦੇ ਨਿਮਿਤ ਜਿਹੜਾ ਉਹ ਪਾਠ ਕਰਾ ਕੇ ਤੇ 10ਵੇਂ 'ਤੇ ਭੋਗ ਪਾਇਆ ਜਾਂਦਾ। ਰਹਿਤ ਮਰਿਆਦਾ ਨੇ 10ਵਾਂ ਦਿਨ ਲਿਖਿਆ ਹੈ, ਤੇ ਨਾਲ ਇਹ ਵੀ ਲਿਖਿਆ ਕਿ ਜੇ ਲੋੜ ਪਵੇ ਤਾਂ ਦਿਨ ਅੱਗੇ ਪਿੱਛੇ ਵੀ ਕੀਤੇ ਜਾ ਸਕਦੇ ਨੇ ਭੋਗ ਦੇ। ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਕੋਈ ਇੱਦਾਂ ਦਾ ਵਹਿਮ ਨਹੀਂ ਕਰਨਾ। ਤੇ ਜਦੋਂ ਅਰਦਾਸ ਕੀਤੀ ਜਾਂਦੀ, ਇੱਕ ਸ਼ਬਦ ਸਾਡੇ ਬਾਬੇ ਵਰਤਦੇ ਨੇ ਕਿ ਇਹ ਅੰਤਮ ਅਰਦਾਸ ਹੈ। ਅੰਤਮ ਦਾ ਅਰਥ ਹੁੰਦਾ ਅਖੀਰੀ। ਇਸ ਤੋਂ ਬਾਅਦ ਇਹਦਾ ਹੁਣ ਕੋਈ ਹਿਸਾਬ ਕਿਤਾਬ ਨਹੀਂ, ਸਾਡੇ ਟੱਬਰ 'ਚ ਰਹਿ ਗਿਆ, ਘਰ 'ਚ ਰਹਿ ਗਿਆ। ਪਰ ਯਾਦ ਰੱਖਿਓ, ਅਖੀਰੀ ਅਰਦਾਸ ਤੋਂ ਬਾਅਦ, ਅੰਤਮ ਅਰਦਾਸ ਤੋਂ ਬਾਅਦ ਵੀ ਸਿੱਖ ਜਿਹੜੇ ਨੇ ਉਹ ਇਹ ਕਰਮ ਕਰਦੇ ਪਏ ਨੇ। ਅਸੀਂ ਫਿਰ ਸਰਾਧ ਕਰਾਉਂਦੇ, ਅਸੀਂ ਵਰੀਨੇ ਕਰਾਉਂਦੇ ਆ, ਸਾਲ ਬਾਅਦ ਦੇਗ ਦਿੱਤੀ। ਮੈਨੂੰ ਮਾਫ਼ ਕਰਨਾ, ਜਿਹੜੇ ਕਰਮ ਹਿੰਦੂਆਂ ਦੇ ਸਨ ਉਹ ਵੀ ਅੱਜ ਸਾਡੇ ਨੇ। ਉਹ ਬ੍ਰਾਹਮਣ ਨੂੰ ਸੱਦ ਕੇ ਭੋਜਨ ਛਕਾਉਂਦੇ ਸਨ, ਤੁਸੀਂ ਕਹਿੰਦੇ ਅਸੀਂ ਪੰਜਾਂ ਸਿੰਘਾਂ ਨੂੰ ਸੱਦ ਕੇ ਛਕਾਉਣਾ। ਮਨ ਕਿਤੇ ਨਾ ਕਿਤੇ ਉੱਥੇ ਹੀ ਬੈਠਾ ਹੋਇਆ ਹੈ। ਤਰੀਕਾ ਬਦਲ ਗਿਆ, ਸੋਚ ਮਗਰ ਉਹੀਓ ਕੰਮ ਕਰਦੀ ਪਈ ਹੈ। ਪੁਆਇੰਟ ਉਹੀ ਹੈ ਕਿ ਸਾਡੇ ਵੱਡਿਆਂ ਵਡੇਰਿਆਂ ਦਾ ਜਿਹੜਾ ਉਹ ਖਵਾਇਆ ਜਾਵੇ। ਮੈਨੂੰ ਯਾਦ ਹੈ, ਸਾਡੇ ਪਿੰਡ ਇੱਕ ਸਿੰਘ ਸੀ, ਉਹ ਚੜ੍ਹਾਈ ਕਰ ਗਿਆ। ਉਹਦਾ ਬੇਟਾ ਮੇਰੇ ਹਾਨ ਦਾ ਸੀ, ਤੇ ਉਹਦਾ ਜਦੋਂ ਵਰੀਨਾ ਆਇਆ ਨਾ, ਮੈਨੂੰ ਕਹਿੰਦਾ ਜੀ ਬਾਪੂ ਦਾ ਵਰੀਨਾ ਕਰਨਾ ਹੈ। ਮੈਨੂੰ ਉਹਨੂੰ ਮੇਰੇ ਸੁਭਾਅ ਦਾ ਪਤਾ, ਮੈਂ ਉਹਨੂੰ ਕਿਹਾ ਮੈਂ ਵੀ ਪੜਿਆ ਕਿਹੜੇ ਚੱਕਰਾਂ 'ਚ ਪੈ ਗਿਆ, ਵਰੀਨਾ ਤੇ ਹੁੰਦਾ ਨਹੀਂ। ਹੁਣ ਤਰੀਕਾ ਬਦਲਣਾ। ਉਹਨੇ ਲਪੇਟ ਕੇ ਅਗਲੇ ਮੇਰੇ ਸਾਹਮਣੇ ਸ਼ਬਦ ਰੱਖ ਦਿੱਤਾ, ਕਹਿੰਦਾ ਨਹੀਂ ਵਰੀਨਾ ਨਹੀਂ ਕਰਾਉਣਾ, ਮਿੱਠੀ ਯਾਦ ਦੇ ਵਿੱਚ ਮਨਾਉਣਾ ਹੈ। ਗੁਰਮੁਖੋ, ਮਿੱਠੀ ਯਾਦ ਕਹਿ ਦਿਓ, ਵਰੀਨਾ ਕਹਿ ਦਿਓ, ਗੱਲ ਤੇ ਇੱਕੋ ਹੀ ਹੋ ਗਈ ਹੈ ਨਾ ਵੀ ਜਿਹੜਾ ਮਰਿਆ ਪਤਾ ਨਹੀਂ ਟਿਕਾਣੇ ਲੱਗਾ ਜਾਂ ਨਹੀਂ ਲੱਗਾ। ਗੁਰਮਤ ਇਸ ਚੀਜ਼ ਨੂੰ ਹੀ ਨਹੀਂ ਮੰਨਦੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਇਹ ਪਿੱਤਰਾਂ ਨੂੰ ਪੂਜਣਾ ਹੀ ਆ ਨਾ, ਤੇ ਜਿਉਂਦਿਆਂ ਨੂੰ ਪੂਜ। ਕਹਿੰਦੇ ਜਿਉਂਦੀ ਮਾਂ ਨੂੰ ਨਹੀਂ ਪੁੱਛਦਾ, ਬਾਪ ਨੂੰ ਨਹੀਂ ਪੁੱਛਦਾ, ਦਾਦੀ ਦਾਦੇ ਨੂੰ ਨਹੀਂ ਪੁੱਛਦਾ, ਬਜ਼ੁਰਗਾਂ ਨਹੀਂ ਪੁੱਛਦਾ, ਮਰਿਆ ਹੋਇਆਂ ਦਾ ਤੇਰਾ ਕੀ ਫਾਇਦਾ ਕਰਾਉਂਦਾ। ਉਹ ਭਗਤ ਕਬੀਰ ਸਾਹਿਬ ਦੇ ਬਚਨ ਪੜ੍ਹਦੇ ਆ, ਜੀਵਤ ਪਿੱਤਰ ਨਾ ਮਾਨੈ ਕਉ ਮੂਏ ਸਰਾਧ, ਕਰਾਹੀ ਪਿੱਤਰ ਵੀ ਪਪਰੇ ਕਿਉ ਕਹਿ ਪਾਵੈ ਕਊਆ ਕੂਕਰ ਖਾਹੀ। ਕਹਿੰਦੇ ਤੁਹਾਡੇ ਇਹ ਜਿਹੜੇ ਪਿੱਤਰਾਂ ਤੱਕ ਵੀ ਕਿੱਥੇ ਪਹੁੰਚਦਾ ਹੈ। ਜਾਂ ਪੰਡਿਤ ਲੋਕ ਖਾ ਜਾਂਦੇ ਨੇ, ਤਰਿੰਦਾ ਪੁਚੰਦਾ ਜਿਹੜਾ ਉਹ ਕੁੱਤੇ ਖਾ ਪੀ ਕੇ, ਕਾਂ ਖਾ ਪੀ ਕੇ ਗਾਂ ਜਾਂਦੇ ਨੇ। ਇਹਨੂੰ ਗੁਰਮਤ ਨੇ ਬਿਲਕੁਲ ਸਪਸ਼ਟ ਕੀਤਾ ਹੋਇਆ ਹੈ। ਸੂਖਸਮ ਜਿਹੜੀ ਚੀਜ਼ ਹੈ ਉਹਦੇ ਤੱਕ ਅਸਥੂਲ ਵਸਤੂ ਨਹੀਂ ਪਹੁੰਚ ਸਕਦੀ। ਮੈਂ ਅੱਗੇ ਜਾ ਕੇ ਬੇਨਤੀ ਕਰਨੀ ਹੈ, ਨਾਨਕ ਅੱਗੇ ਸੋ ਮਿਲੇ। ਪਰ ਇੱਕ ਗੱਲ ਯਾਦ ਰੱਖਿਓ, ਜਿਹੜੀ ਮੈਂ ਬੜੀ ਵਾਰੀ ਅਰਜ਼ ਕਰਦਾ, ਦੋ ਚੀਜ਼ਾਂ, ਇੱਕ ਸੂਖਸ਼ਮ ਹੈ, ਇੱਕ ਅਸਥੂਲ ਹੈ। ਬਾਡੀ ਅਸਥੂਲ ਹੈ ਸਾਡੀ। ਅਸਥੂਲ ਜਿੰਨਾ ਚਿਰ ਜਿਉਂਦੀ ਹੈ, ਜਿਉਂਦੇ ਬਾਪ ਨੂੰ ਪ੍ਰਸ਼ਾਦਾ ਪਾਣੀ ਦੇ, ਰੋਟੀ ਦੇ, ਤੂੰ ਉਹਨੂੰ ਲੋੜੀਂਦੇ ਬਸਤਰ ਦੇ। ਮਰ ਜਾਂਦਾ ਤੇ ਭੋਗ ਦੇ ਉੱਤੇ ਗੁਰਦੁਆਰੇ ਚੀਜ਼ਾਂ ਚੁੱਕੀ ਆਉਂਦੇ ਨੇ, ਜੁੱਤੀ ਚੁੱਕੀ ਆਉਣਗੇ, ਬਿਸਤਰਾ ਚੁੱਕੀ ਆਉਣਗੇ। ਫਿਰ ਕਈ ਇੱਥੋਂ ਤੱਕ ਵੇਖਿਆ ਖੂੰਡੀ ਤੇ ਐਨਕਾਂ ਵੀ ਚੁੱਕੀ ਆਉਣਗੇ। ਅਗਲੇ ਨੇ ਪਤਾ ਨਹੀਂ ਉੱਥੇ ਟੀਵੀ ਲੱਗਾ ਜਿਹੜਾ ਵੇਖਣਾ, ਸ਼ਾਇਦ ਨਿਗਾਹ ਘਟਦੀ ਹੈ। ਇਹੋ ਜਿਹੇ ਸਾਡੇ ਜਿਹੜੇ ਕਰਮ ਇੰਨੇ ਕੁ ਅਸੀਂ ਫਸ ਚੁੱਕੇ ਹਾਂ। ਮੈਂ ਇੱਕੋ ਗੁਰਮੁਖੋ ਬੇਨਤੀ ਕਰਦਾ ਹੁੰਦਾ, ਕਈਆਂ ਨੇ ਨਾ ਭੋਗ ਤੇ ਹੁਣ ਨਵਾਂ ਢੋਂਗ ਚੱਲਦਾ ਜਾ ਰਿਹਾ ਦਿਨੋਂ ਦਿਨ। ਕਈ ਕਹਿਣਗੇ ਜੀ ਆਹ ਮਿੱਠਾ ਵੀ ਪਾ ਦਿਓ, ਸਾਡੇ ਭਾਪੇ ਨੂੰ ਮਿੱਠਾ ਬੜਾ ਪਸੰਦ ਸੀ। ਤੇ ਮੈਂ ਇੱਥੇ ਵਿਅੰਗ ਕਰਦਾ ਹੁੰਦਾ, ਭਾਪੇ ਨੂੰ ਤੇ ਮਾਇਆ ਵੀ ਬੜੀ ਪਸੰਦ ਸੀ, ਏਟੀਐਮ ਵੀ ਬਾਬੇ ਨੂੰ ਦੇ ਦਿਓ ਨਾ। ਫਿਰ ਜੇ ਤੁਹਾਡੇ ਪ੍ਰਸ਼ਾਦੇ ਪਹੁੰਚਣਗੇ, ਪੈਸੇ ਦੀ ਲੋੜ ਹੈ, ਬਾਬੇ ਨੂੰ ਏਟੀਐਮ ਦੇ ਦਿਓ, ਜਿੰਨਾ ਖਰਚਾ ਉਹ ਕਰ ਲਿਆ ਕਰੂਗਾ। ਤੁਸੀਂ ਮੰਜਾ ਦਿੰਦੇ, ਮੈਂ ਸਿਰਫ ਵਿਅੰਗ ਤੁਹਾਡੇ ਨਾਲ ਥੋੜ੍ਹਾ ਜਿਹਾ ਕਰਨਾ, ਤੁਸੀਂ ਮੰਜਾ ਦਿੰਦੇ ਜੇ, ਬਿਸਤਰਾ ਦਿੰਦੇ ਜੇ,
तो मैं पिछले समय गया, तुहानूं चेता होगा डाउना कित्थे है, तुसीं मंजा देता गुरुद्वारे च, बाबा जी ये साडे भापे नूं दे दिओ, बिस्तरा विछाता, वो गुरमुखो डाओगे कित्थे मंजा। फिर 2-4 मरले जिहड़ी कोठी पाई तुसीं 2 करोड़ की, वो भी बाबे दे ना करो, बाबे नूं पता लगे भी मैं किसी दा श्राद्ध कीता, भापे तक पहुँचे। रड़े मजान तो तुसीं सड़क ते मंजा डा के विखाओ, अगले डाउन दिंदे ने, कोई नहीं डाउन दिंदा, उत्ते कित्थे डालोगे। सो ये केवल ते केवल वहम परम भुलेखे पाए गए ने। इहदे विचों गुरमत ने सानूं कढिआ। एक इतिहास की साखी तुहाडे नाल साझी कर देना। धन गुरु हरगोबिंद साहिब महाराज जी के चरनां दे विच बटाले का एक पंडित आउंदा है, इहदा नाम है नित्यानंद। ये आण के बड़ा मशहूर पंडित है, बड़ा विद्वान है, आण के सतगुरां नूं कहण लगा, दाता जी मैं चाहुंदा कि गरुड़ पुराण की इत्थे कथा की जाए। सतगुरु कह लगे, भलिया सानू कोई इतराज नहीं, जे तेरे पेट की पूर्ति की लोड़ है, तेनों 4 पैसे आउणगे, तू कथा कर लिया कर। हुण ये कथा करदा सिख बड़े जिहड़े उस सियाणे ने। एक गल याद रखियो गुरमुखो, संगत का सिद्धांत कदी ना खुंजन दिओ जे। प्रचारक जे कोई गलत बोलता है, कोई रागी ढाडी गलत बोलता, संगत के कोलों हक है, संगत उत्थे ही नाल ही जिहड़ा है वो किंतु परंतु करके स्पष्टीकरण दे सकती है। बाणी दे विचों उहदा नोका टोकी नहीं, बाणी दे विचों स्पष्टीकरण दिता जा सकता है। ऐदा कीर्तन का आ सिद्धांत है, कथा का आ सिद्धांत है। हुण एक कथा करन लग पिया, मन च सोचिया सी सिख ने भोले भुलक्कड़ ने, कोई हिंदुआं चों बनिया, कोई मुसलमानां चों बनिया, इन्हां नूं की पता है। गरुड़ पुराण का जिस वेले चैप्टर चलिया मरण का, इन्हें अपने ख्याल पेश किए, कहंदा जी साडा गरुड़ पुराण ये गल कहंदा है, मनुख मरण तो लैके टिकाणे लगन तक उन्होंने साल लगता है। जो ये गल कही तो उत्थे गुरु का एक सिख बैठा सी, उन्हें एक व्यंग जो कथा हुई उन्हें व्यंग किया, कह लगा, पंडित जी जिन्हों तुसीं साल कहिंदे जे ना, तो साडा मनना ये है कि गुरु ते भरोसा रख के चलो, वो काम जिहड़ा साल जो तुसीं पैंडा तय करना, उन्होंने 1 महीने दे विच सफ़र नूं तय किया जा सकता है। पंडित सोचता भी ये चंगे सिख ने, मैं वो एक साल कह रहे हैं, 1 साल का पैंडा महीने च किद्दां तय कर लोगे। अजे सिख एक ने यह गल ही, दूसरा सिख मगरों फिर बोल पिया, कह लगा, गुरमुख प्यारिओ महीना बड़ा है, ये तो पैंडा जिहड़ा 8 पैरां दे विच तय किया जा सकता है। पंडित फिर हैरान है। तीसरा सिख उठिया, कह लगा, गुरमुखो नहीं, ना महीना लगता जे, ना साल लगता, ना 8 पैर लगते हैं, सिख जांदा ही कोई नहीं इस पासे नूं। पंडित कल्प गया, कह लगा, मैं कमला तुरया फिरदा, कहता एक पासे मैं अपने सिद्धांत दस रहा, मेरे धार्मिक ग्रंथ की झूठ बोलते हैं, मैं कहना साल लगता, एक तुहाडे चों महीना कहता, कोई 8 पैर, तुसीं कहंदे जाना ही कोई नहीं। उन्हें गुरु हरगोबिंद साहिब नाल गल की, शिकायत की, कह लगा, दाता जी तुहाडे मैं तो सिख सुनिया सी, सिख बह के सुन लिया करनगे। ये तो एक भाव स्पष्ट हो जाता है, माफ़ करना, सिख स्रोता जिहड़ा है वो चढ़दी कला वाला है, मैनू माफ़ करना, कोई धौना सुट्टण वाला स्रोता नहीं। इस स्रोते के ये गुण होंदे ने। चलो आप फिर किते साझे करा। गुरु हरगोबिंद साहिब महाराज जी ने सिखा तिन्हां नूं बुलाया, कहन लगे, सिखो तुहाडे नाल की गल होई पंडित दी। जिन्हें तीसरे सिख ने कहा सी ना, सतगुरु भी जान का कोई नहीं लगता, जाना ही नहीं उधर नूं, वो सिख बोलिया, कह लगे, दाता जी पंडित जी कथा करते सन, आ भाई साहब बोले कि महीना लगता है, इन्हों ने दूसरिया ने कहा भी 8 पैर लगते हैं, तो मैं तुहाडी बाणी दे विचों तुहाडी किरपा दे नाल ये गल कही हुई है कि उत्थे साडा वास्ता ही कोई नहीं, जाना ही कोई नहीं। तो पंडित कहंदा महाराजा वेख लो तुहाडे सामने तुहाडे सिख की कहिंदे पए ने। तो सतगुरु कहन लगे, भाई जी जे ये गल कही जे इनू स्पष्ट भी कर दिओ। उत्थे उन्होंने अमृत बाणी का फैसला दिता, कहन लगे, जे पैंडे लूटी पनहारी सो मार्ग संतन दुरारी। कहंदे जिस रस्ते दे उत्ते आम लोग पानी ढोण वाले, भाव अर्थ करांगे आप जीव जाते हैं, लुट्टे जाते हैं जमा कोलों, सतगुरां दी बाणी कहंदी है संत रब दे प्यारे वो मार्ग तो दूर ही रहिंदे ने, उन्हां दा उहदे नाल वास्ता कोई नहीं पैंदा। गुरु हरगोबिंद साहिब महाराज जी ने उत्थे एक गल कही, पंडित जी तुहाडा गरुड़ पुराण जो भी कहंदा गल वखरी है, सच्ची गल है, गुरु दा सिख इन्हां चक्करां दे विच पैंदा नहीं, आउणा जाना ते गल ही बड़ी दूर दी है। मेरे कहण दा भाव गुरमुखो जीव चढ़ाई कर जांदा, ये जन्म मौत साडे शरीरां दे नाल बनी है, पर इस भुलेखे दे विच पैना जी वो इत्थे जांदा है, वो उत्थे जांदा है, ये बड़ा तगड़ा एक वहम, एक बड़ा तगड़ा भुलेखा है। पर सच्ची गल असीं कहिंदे कहिंदे थक जाने आ, संगतां नूं समझाया जाता है, पर फिर अगले दिन रुपया 100 फड़ा के कह देंगे, बाबा जी अरदास कर दिओ, देख सी साडे बजुर्गां दे निमित्त। मैं बड़ी वारी वेखदा ना, हुण बिरध आश्रम बड़े खुले हुए ने, गुरमुखो तुहाडा मन लैने आ जे उत्थे पहुँच गया है तो अगला कहिंदा होवेगा ना भी हुण ते रोटी देने, मैं तो रोटी तो आतर, भावें बुढ़ा साडा जिहड़ा है वो पानी खुणों मर गया होवे संगे जुबान ला के,
ਉਹਨੂੰ ਜੀਂਦੇ ਨੂੰ ਪਾਣੀ ਨਹੀਂ ਦਿੱਤਾ, ਮਰੇ ਦੇ ਹੁਣ ਜਿਹੜੇ ਗਲਾਸ ਭਰਾ ਭਰਾ ਕੇ ਪਿਆਏ ਜਾ ਰਹੇ ਨੇ। ਸੋ ਇਹ ਇੱਕ ਜਿਹੜਾ ਹਿੰਦੂ ਮਤ ਦੇ ਵਿੱਚ ਮਨੌਤ ਹੈ ਕਿ ਪਿੱਤਰਾਂ ਤੱਕ ਪਹੁੰਚਦਾ, ਉਹਨੂੰ ਅੱਜ ਸਤਿਗੁਰਾਂ ਨੇ ਬਾਦ ਦਲੀਲ ਜਿਹੜਾ ਇਹ ਤਰਕ ਦੇ ਨਾਲ ਪੇਸ਼ ਕੀਤਾ। ਸ਼ਲੋਕ ਮਹੱਲਾ ਪਹਿਲਾ। ਸਤਿਗੁਰੂ ਕਹਿ ਲਗੇ ਜੇ ਮੁਹਾਕਾ ਘਰ ਮੋਹੈ ਦੁਲਾਵਾਂ ਨੇ। ਕਹੇ ਮੁਹਾਕਾ ਦਾ ਅਰਥ ਕਰਾਂਗੇ ਚੋਰ। ਕਹਿੰਦੇ ਜੇ ਇੱਕ ਚੋਰ ਕਿਸੇ ਘਰ ਦੇ ਵਿੱਚ ਸੰਨ ਲਾਵੇ, ਚੋਰੀ ਕਰੇ, ਜੇ ਮੁਹਾਕਾ ਘਰ ਮੋਹੈ, ਅੱਗੇ ਸ਼ਬਦ ਹੈ ਘਰ ਮੋਹੇ, ਇਹ ਇੱਥੇ ਸਿਹਾਰੀ ਹੈ। ਪਿੱਤਰੀ ਇਹ ਬਿੰਦੀ ਲਾ ਕੇ ਉਚਾਰਨ ਹੋਵੇਗਾ, ਪਿੱਤਰਾਂ ਦੇ ਨਿਮਿਤ ਦੇ। ਕਹਿਣ ਲੱਗੇ ਇੱਕ ਚੋਰ ਨੇ ਕੀ ਕੀਤਾ, ਕਿਸੇ ਦੇ ਘਰ ਦੇ ਵਿੱਚ ਚੋਰੀ ਕੀਤੀ, ਚੋਰੀ ਕਰਕੇ ਉਸ ਘਰ ਦਾ ਸਾਜੋ ਸਮਾਨ ਲੁੱਟ ਕੇ ਲਿਆਂਦਾ, ਤੇ ਜਦੋਂ ਅੱਸੂ ਦਾ ਮਹੀਨਾ ਆਇਆ ਜਾਂ ਸਰਾਧ ਆਏ ਨਾ, ਆਪਣੇ ਘਰ ਦੇ ਵਿੱਚ ਆ ਕੇ ਆਪਣੇ ਮਰੇ ਹੋਏ ਪਿੱਤਰਾਂ ਦੇ ਨਿਮਿਤ ਉਹਨੇ ਹੀ ਪੈਸਿਆਂ ਦੇ ਨਾਲ ਸਰਾਧ ਕਰਾ ਦਿੱਤਾ। ਫਿਰ ਸਮਝ ਲਈਏ, ਕਹਿਣ ਲੱਗੇ ਇੱਕ ਚੋਰ ਨੇ ਚੋਰੀ ਕੀਤੀ, ਉੱਥੋਂ ਪੈਸਾ ਲੁੱਟਿਆ, ਉਹ ਪੈਸਾ ਜੇਬ 'ਚ ਪਾਇਆ। ਜਦੋਂ ਘਰ 'ਚ ਪੰਡਿਤ ਆਇਆ, ਆਣ ਕੇ ਕਹਿੰਦਾ ਵੀ ਸਰਾਧ ਕਰਾਉਣਾ ਹੈ, ਉਸੇ ਪੈਸੇ ਦਾ ਸਮਾਨ ਲਿਆ ਕੇ ਉਹਨੇ ਜਿਹੜਾ ਸੀ ਸਰਾਧ ਕਰ ਦਿੱਤਾ, ਉਸੇ ਪੈਸੇ ਦਾ ਰਾਸ਼ਨ ਪਾਣੀ ਖਵਾ ਦਿੱਤਾ। ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਤੁਹਾਡੀ ਗੱਲ ਮੰਨ ਲਈ ਜਾਵੇ, ਗੁਰਮਤ ਮੰਨਦੀ ਨਹੀਂ ਪਰ ਦਲੀਲ ਦੇਣੀ ਹੈ ਨਾ, ਜਿਵੇਂ ਇੱਕ ਦਲੀਲ ਜਪਜੀ ਸਾਹਿਬ ਦੇ ਵਿੱਚ ਧਰਤੀ ਹੋਰ ਪਰੇ ਹੋਰ, ਮੇਰੇ ਕੋਲ ਹੁਣ ਸਮਾਂ ਨਹੀਂ, ਉਹ ਵੀ ਇੱਕ ਦਲੀਲ ਹੈ ਕਿ ਜੇ ਧਰਤੀ ਬਲਦ ਦੇ ਆਸਰੇ ਤੇ ਉਹ ਬਲਦ ਕਿਹਦੇ ਸਿਰ ਤੇ ਹੈ, ਉਹ ਸੇਮ ਇੱਥੇ ਦਲੀਲ ਹੈ। ਸਤਿਗੁਰੂ ਕਹਿੰਦੇ ਚੱਲ ਮੰਨ ਲਈ ਤੇਰੀ ਗੱਲ ਵੀ ਉਹ ਪਿੱਤਰਾਂ ਤੱਕ ਪਹੁੰਚ ਗਿਆ, ਤੇ ਸਤਿਗੁਰੂ ਕਹਿੰਦੇ ਜੇ ਤੇਰੇ ਘਰ ਦੇ ਜੀਵ ਵੱਡੇ ਵਡੇਰੇ ਮਰੇ ਨੇ, ਤੇ ਜਿਹਦੇ ਘਰ 'ਚੋਂ ਤੂੰ ਚੋਰੀ ਕੀਤੀ ਹੈ ਮਰੇ ਦੇ, ਉਹਨਾਂ ਦੇ ਵੀ ਨੇ ਨਾ, ਕੋਈ ਇਹੋ ਜਿਹਾ ਘਰ ਤੇ ਹੈ ਨਹੀਂ ਵੀ ਜਿਨ੍ਹਾਂ 'ਚ ਕਦੀ ਮੌਤ ਨਾ ਹੋਈ ਹੋਵੇ। ਸਤਿਗੁਰੂ ਕਹਿੰਦੇ ਤੇਰਾ ਸਮਾਨ ਅੱਗੇ ਪਹੁੰਚ ਗਿਆ, ਜੇ ਤੇਰੇ ਪਹੁੰਚਿਆਂ ਤੱਕ ਉਹਨਾਂ ਖਾ ਪੀ ਲਿਆ, ਪਿੱਤਰ ਉਹਨਾਂ ਦੇ ਵੀ ਲਾਗੇ ਚਾਗੇ ਜੇ ਫਿਰਦੇ ਹੋਏ, ਅੱਗੇ ਸਤਿਗੁਰੂ ਕਹਿ ਲਗੇ ਅੱਗੇ ਵਸਤ ਸਿਆਣੀਆਂ ਜੱਜਾਂ ਨਹੀਂ ਇਹੀਆਂ ਲੱਗਾ ਹੋਇਆ ਹੈ। ਕਹਿ ਲਗੇ ਅੱਗੇ ਵਸਤੂ ਜਿਹੜੀ ਉਹ ਪਛਾਣੀ ਜਾਵੇਗੀ, ਉਹ ਉਹਨਾਂ ਦੇ ਪਿੱਤਰ ਕਹਿਣਗੇ ਇਹ ਤੇ ਚੋਰੀ ਦੀ ਵਸਤੂ ਸਾਡੇ ਘਰ 'ਚੋਂ ਆਈ ਹੋਈ ਹੈ, ਇਹ ਤੇ ਤੇਰਾ ਟੱਬਰ ਲੈ ਕੇ ਆ ਗਏ। ਅੱਗੇ ਵਸਤ ਸਿਆਣੀਆਂ ਪਿੱਤਰੀ ਚੋਰ ਕਰੇ, ਕਹਿਣਗੇ ਤੁਹਾਡੇ ਪਿੱਤਰਾਂ ਨੂੰ ਉਹਨਾਂ ਦੇ ਪਿੱਤਰ ਚੋਰ ਕਹਿਣਗੇ। ਕਹਿੰਦੇ ਕਿਹੋ ਜਿਹੇ ਜਵਾਕ ਜੰਮ ਕੇ ਆਏ ਜੇ ਚੋਰ ਨਿਕਲੇ ਨੇ ਥੱਲੇ ਸਾਰੇ। ਸੋ ਸਤਿਗੁਰੂ ਇਹ ਦਲੀਲ ਦੇ ਰਹੇ ਨੇ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਇਹ ਇੱਥੇ ਚਲੋ ਚੋਰੀ ਦੀ ਗੱਲ ਹੈ, ਜੇ ਤੁਸੀਂ ਬੇਈਮਾਨੀ ਦਾ ਪੈਸਾ ਲਿਆਉਂਦੇ ਜੇ, ਪਿਛਲੇ ਦਿਨਾਂ 'ਚ ਵੀ ਕਨਸੈਪਟ ਚੱਲਿਆ ਸੀ ਹਰਾਮ ਦੇ ਪੈਸੇ ਦਾ, ਠੱਗੀ ਦਾ ਪੈਸਾ ਲਿਆਉਂਦੇ ਜੇ ਉਹ ਠੱਗੀ ਚੋਰੀ ਦਾ, ਹੁਣ ਜਿਹਦੇ ਨਾਲ ਤੁਸੀਂ ਦੁਕਾਨ ਤੇ ਬਹਿ ਕੇ ਠੱਗੀ ਮਾਰੀ, ਦੁੱਧ 'ਚ ਪਾਣੀ ਪਾ ਕੇ ਠੱਗੀ ਮਾਰੀ, ਕਿਸੇ ਦੇ ਕੋਲੋਂ ਰਿਸ਼ਵਤ ਖਾਧੀ, ਕਿਸੇ ਦੇ ਨਾਲ ਧੋਖਾ ਧੜੀ ਕੀਤੀ, ਸਤਿਗੁਰੂ ਕਹਿੰਦੇ ਉਹਦੇ ਘਰ ਦਾ ਵੀ ਤਾਂ ਕੋਈ ਨਾ ਕੋਈ ਮਰਿਆ ਹੈ ਨਾ। ਹੁਣ ਉਹ ਵਸਤੂ ਅੱਗੇ ਚਲੀ ਗਈ, ਅੱਗੇ ਜਾਣ ਤੋਂ ਬਾਅਦ ਸਤਿਗੁਰੂ ਕਹਿਣ ਲੱਗੇ ਉਹ ਵਸਤ ਪਛਾਣੀ ਜਾਂਦੀ ਹੈ। ਜਿਸ ਵੇਲੇ ਪਛਾਣੀ ਗਈ ਤੇ ਇੱਕ ਗੱਲ ਯਾਦ ਰੱਖੀ, ਤੇਰੇ ਵੱਡੇ ਵਡੇਰਿਆਂ ਨੂੰ ਵੀ ਉੱਤੇ ਜਾ ਕੇ ਬਦਨਾਮੀ ਹਾਸਲ ਹੋਏਗੀ। ਮੈਂ ਉਹ ਸੋਚਣਗੇ ਮਨ ਦੇ ਵਿੱਚ ਵੀ ਕਿਹੋ ਜਿਹੀ ਨਕੰਮੀ ਜਿਹੜੀ ਉਹ ਮੈਂ ਔਲਾਦ ਜੰਮੀ ਹੈ, ਥੱਲੇ ਸਾਂ ਤੇ ਥੱਲੇ ਨਹੀਂ ਜੀਣ ਦਿੱਤਾ, ਹੁਣ ਉੱਤੇ ਆਏ ਤੇ ਹੁਣ ਉੱਤੇ ਵੀ ਨਹੀਂ ਕੋਈ ਜੀਣ ਦਿੰਦੇ। ਇਹ ਤਿੰਨ ਚੀਜ਼ਾਂ ਹੋ ਗਈਆਂ ਨਾ। ਪਿੱਤਰ ਲੋਕ ਜਿਹੜੇ ਨੇ, ਹਿੰਦੂ ਮਤ ਇਹ ਗੱਲ ਮੰਨਦੀ ਹੈ ਜੀ ਸਵਰਗ ਤੋਂ ਉੱਤੇ ਪਿੱਤਰ ਲੋਕ ਨੇ, ਤੇ ਉਹਨਾਂ ਦੇ ਮੁਤਾਬਕ ਮੈਂ ਕਹਿ ਰਿਹਾ। ਹੁਣ ਜੇ ਉੱਤੇ ਵਿਚਾਰਾ ਬਾਪੂ ਪਹੁੰਚ ਗਿਆ ਸਾਡਾ, ਤੇ ਜੇ ਥੱਲੇ ਨਹੀਂ ਉਹਨੂੰ ਚੱਜ ਨਾਲ ਪੁੱਛਿਆ, ਉੱਤੇ ਤੇ ਚੱਜ ਨਾਲ ਰਹਿਣ ਦਿਓ, ਉੱਤੇ ਚੋਰੀ ਦਾ ਮਾਲ ਪਹੁੰਚਾਈ ਜਾਂਦੇ ਜੇ। ਹੁਣ ਇੱਥੇ ਸਤਿਗੁਰਾਂ ਕਿਹਾ, ਕਹਿਣ ਲੱਗੇ ਅੱਗੇ ਜਿਹੜੀ ਵਸਤੂ ਤੁਹਾਡੀ ਪਛਾਣੀ ਜਾਵੇਗੀ, ਤੁਹਾਡੇ ਵੱਡਿਆਂ ਵਡੇਰਿਆਂ ਨੂੰ ਚੋਰ ਕਿਹਾ ਜਾਵੇਗਾ। ਇੱਥੇ ਗੱਲ ਨਹੀਂ ਮੁੱਕੀ। ਸਤਿਗੁਰੂ ਕਹਿੰਦੇ ਨੇ ਪੰਡਤ ਜੀ ਹੁਣ ਤੁਸੀਂ ਇੱਧਰ ਆ ਜਾਓ, ਜਿਹੜੇ ਅਰਦਾਸਾਂ ਕਰਦੇ, ਜਿਨ੍ਹਾਂ ਨੇ ਖਾ ਖਾ ਕੇ ਢਿੱਡ ਵਧਾਇਆ ਨਾ, ਕਦੀ ਮਾਲ ਪੂੜੇ ਆ ਗਏ, ਕਦੀ ਕੁਝ ਆ ਗਿਆ, ਕਦੀ ਕੁਝ ਆ ਗਿਆ। ਸਤਿਗੁਰੂ ਕਹਿ ਲਗੇ ਵੱਡੀਆਂ ਹੱਥ ਦਲਾਲ ਕੇ। ਇਹ ਇਸਲਾਮ ਦਾ ਰੂਲ ਸੀ, ਜਿਹੜਾ ਮਨੁੱਖ ਚੋਰੀ ਕਰਦਾ ਸੀ ਉਹਦੇ ਹੱਥ ਵੱਢ ਦਿੱਤੇ ਜਾਂਦੇ ਸਨ। ਇਹ ਵੱਖੋ ਵੱਖ ਤਰ੍ਹਾਂ ਦੀਆਂ ਸਜ਼ਾਵਾਂ ਸਨ। ਸਤਿਗੁਰੂ ਕਹਿੰਦੇ ਭਲਿਆ ਤੂੰ ਅਰਦਾਸ ਕਰਨ ਲੱਗਿਆ ਨਹੀਂ ਪੁੱਛਿਆ, ਤੂੰ ਭੋਜਨ ਛਕਣ ਲੱਗਿਆ ਨਹੀਂ ਪੁੱਛਿਆ, ਇਹ ਕਿੱਥੋਂ ਦਾ ਹੈ? ਇੱਥੇ ਇੱਕ ਰੂਲ ਕਾਨੂੰਨ ਦਾ ਫਿੱਟ ਹੁੰਦਾ ਹੈ। ਕਾਨੂੰਨ ਦੇ ਮੁਤਾਬਕ ਤੁਸੀਂ ਚੋਰੀ ਕਰਦੇ ਜੇ, ਫੜਿਆ ਜਾਂਦਾ ਤੇ ਚੋਰ ਨੂੰ ਸਜ਼ਾ ਮਿਲਦੀ ਹੈ। ਉਹ ਸਮਾਨ ਜਿੱਥੇ ਜਾ ਕੇ ਤੁਸੀਂ ਵੇਚਦੇ ਜੇ ਉਹਨੂੰ ਸਜ਼ਾ ਮਿਲਦੀ ਹੈ। ਉਹ ਦੁਕਾਨਦਾਰ ਜਿਹਨੂੰ ਵੇਚਿਆ ਉਹਨੇ ਗਾਂਹ ਜਿਹਨੂੰ ਵੇਚ ਦਿੱਤਾ ਉਹਨੂੰ ਵੀ ਸਜ਼ਾ ਮਿਲਦੀ ਹੈ। ਸਾਰੇ ਫਸਦੇ ਨੇ ਜਿੰਨੇ ਵੀ ਚੋਰੀ ਦੇ ਮਾਲ ਦੇ ਨਾਲ ਸੰਬੰਧਿਤ ਨੇ। ਹੁਣ ਚੋਰੀ ਕਰਕੇ ਇੱਕ ਮਨੁੱਖ ਲਿਆ ਜਿਹਨੇ ਪਿੱਤਰਾਂ ਦੇ ਨਿਮਿਤ ਦਿੱਤਾ, ਉਹ ਵੀ ਫਸ ਗਿਆ। ਉਹਦੇ ਟੱਬਰ ਨੇ ਵੀ ਕਹਿ ਦਿੱਤਾ ਵੀ ਇਹ ਚੋਰ ਹੈ ਔਲਾਦ ਤੁਹਾਡੀ। ਹੁਣ ਜਿੰਨੇ ਅੱਗੇ ਜਾ ਕੇ ਮੇਰੇ ਵਰਗੇ ਨੇ ਅਰਦਾਸ ਕੀਤੀ, ਉਦੋਂ ਬ੍ਰਾਹਮਣ ਸੀ, ਅੱਜ ਤੁਸੀਂ ਸਾਨੂੰ ਘਰਾਂ 'ਚ ਖੜਦੇ ਜੇ, ਫਸ ਤੇ ਅਸੀਂ ਗਏ ਨਾ, ਤੁਸੀਂ ਤੇ ਬੰਨੇ ਹੋ ਗਏ। ਹੁਣ ਸਤਿਗੁਰੂ ਕਹਿੰਦੇ ਜਿੰਨੇ ਅਰਦਾਸ ਕੀਤੀ ਉਹ ਵੀ ਫਸ ਗਿਆ। ਸਤਿਗੁਰੂ ਕਹਿ ਲਗੇ ਭਲਿਆ ਤੂੰ ਵੀ ਆ ਜਾ, ਤੂੰ ਵੀ ਖਾ ਖਾ ਕੇ 100 ਦੇ ਨੋਟ ਜੇਬ 'ਚ ਪਾ ਕੇ ਬੜੀਆਂ ਅਰਦਾਸਾਂ ਕਰਦਾ ਸਾਂ ਨਾ। ਸਤਿਗੁਰੂ ਕਹਿੰਦੇ ਤੂੰ ਵੀ ਟਿਕਾਣੇ 'ਤੇ ਆ ਜਾ। ਕਹਿਣ ਲੱਗੇ ਵੱਡੀਆਂ ਹੱਥ ਦਲਾਲ ਕੇ। ਕਹਿੰਦੇ ਦਲਾਲ ਦਾ ਅਰਥ ਕਰਾਂਗੇ ਉਹ ਵਿਚੋਲਾ ਜਿਹੜਾ ਅਰਦਾਸ ਖਵਾ ਕੇ ਇਹ ਦਾਅਵਾ ਕਰਦਾ ਹੈ ਕਿ ਖਾਧਾ ਹੋਇਆ ਪਕਵਾਨ ਜਿਹੜਾ ਵੱਡਿਆਂ ਤੱਕ ਪਹੁੰਚਣਾ ਹੈ। ਕਹਿਣ ਲੱਗੇ ਵੱਡੀਆਂ ਹੱਥ
दलाल के कहते उस दलाल के हथ वड्डे जाणगे मुसफी यह करे। याद रखियो मुसफी शब्द गुरु ग्रंथ साहिब च इक्को वार आया, वो इत्थे आया। मुसफी का अर्थ करांगे इंसाफ। कहते ये रब के घर का इंसाफ जे तुसी कहते जे अगे क्या कुछ पहुँचता है तो एक गल याद रखियो, ये खाण वाला भी फसेगा तो खवाउण वाला भी फसदा है। मैं पिछले दिनों भी बेनती की सी, गुरमुखो अज किते नहीं पुछया जाता। ये दुखांत है, उहदा कारण ये है कि जिहड़े असीं ग्रंथी रखते हैं, जिहड़े प्रचारक रागी ढाडी, उन्हां दे विचारिਆਂ ਦੀਆਂ तनखावां ਇੰਨੀਆਂ कि ਹੁੰਦੀਆਂ कि सानू संगत के पैसे वाल वेखना पैंदा। ये त्रासदी है साडे कौम दी जी। 4-4 5-5 हज़ार तुसीं ग्रंथियां नूं तनखावां दिओगे। मैं पिछले समय गया, वो 4-5 हज़ार च किहड़ा तुहाडा खाता पूरा होएगा। तुहाडे घरां दा दुੱਧ ते 8-8 हज़ार दा तुसीं दुੱਧ पी जांदे जे, 80-4 हज़ार च सारा गुजारा कित्थों करना है। सो ये इन्हां कारणों करके वो अरदास भेटां भी लई जांदी है, सारे पासे जिहड़ा वो पैसा खादा जांदा है, लिया जांदा है। पर एक गल याद रखियो, जे तुहाडा पैसा हराम दा है, तुसीं ते मरना ही मरना, नाल बाबे लैके भी डुੱਬ जाने असीं। वो बाबे भी विच फसणगे। सतगुरु कहन लगे पंडित जी मैं इत्थे सौखा कह देवां, जे ग्रंथी एक जांदा है ना, वो भी इन्हां कर्मां दे विच फसदा है। पर असीं दोवें पासे मरदे, जे ना जांदे ते वो प्रबंधक साडे दिवाले बाबा जी तुसीं प्रशादा छकन नहीं गए। तो जे बाबा छक के आ जाता फिर गुरु साहब दिवाले भी भलिया तू हराम का पैसा खा गया, तू इधर आ जा। बंदा जाऊ तो जाऊ किधर। एक गल गुरमुखो याद रखियो, प्रशादा सिख नूं छकाउण दी कोई मनाही नहीं। गुरमत ने बहुत महानता सिख नूं ते सिख दी सेवा नूं दित्ती है। आपां कदे फिर साझा करांगे, अज समाप्ति का टाइम हो चलिया। पर एक गल याद रखियो, जे मन तुहाडे च गल इहो है ना कि साडे वड्डियां वडेरियां दे तक पहुँचेगा, तो एक कदा चित नहीं होना, ये पहुँचता नहीं है। मैं बड़ी बड़ी माया गुजरान है, गुरु हरगोबिंद साहब महाराज जी ने स्पष्ट किया होया है। ये माया साडे गुजारे वास्ते है, प्रशादा पेट की पूर्ति के वास्ते है। पर मैनू पता है कि ये ढा के जिवें बाबिਆਂ ਨੂੰ ਖਵਾਇਆ ਜਾਂਦਾ, बाबा जी आ भी 2 चुमचे खा लो, आ भी खा लो। साडा पापा भी बड़ी रीझ नाल खांदा हुंदा सी, आ भी खांदा हुंदा सी, आ भी खांदा हुंदा सी। गुरमुखो इहो जे वਹਿਮਾਂ ਦੇ ਵਿੱਚੋਂ निकल जो। जे भापे तक पहुँचाउणा सी तो उस समय जिउंदे नूं कुछ ना कुछ खवाउंदे, शायद 4 दिन वध कढ जांदा। उदों तुसीं उहदी बात कोई नहीं पुछी, हुण मरे नूं खवा रहे जे। गल नूं नेड़े रखा। सतगुरु कहंदे जिहड़ा विच दलाल है, इहदे भी हत्थ वड्डे जाणगे, वड्डियां हत्थ दलाल के मुसफी यह करे। अगे सतगुरु कह लगे नानक अगे सो मिले। सतगुरु कहंदे हाँ पंडित जी अगे जांदा है, पर जांदा की है? कह लगे जे खट्टे घाले दे जो जीउंदे जी आप तू खट कमा गया ना, वो अगे जांदा है, ना कि मगर दे टब्बर दा दिता होया जांदा है। इत्थे मैं 2 प्रमाण दे के समाप्ति कर देनी है। पहली बेनती कि जे टब्बर कुछ मरन तो बाद किसी दे परथाए करना चाहुंदा है ना, वो गुरु अर्जुन साहब महाराज जी ने तरीका दस्सिया, तुसीं कर सकदे जे। बंदा मरदा तुसीं बिस्तरे सारा कुछ लटरन पटरन चुक्की लिआउंदे जे। गुरु अर्जुन साहब कहंदे जे तू कुछ करना है ना, सारा टब्बर बैठ के 10 मिनट गुरु गुरु जप के उहदे निमित्त अरदास कर दो, इस सिमरन पहुँच जाएगा। क्योंकि आत्मा अस्थूल है, सूक्ष्म है, सिमरन भी सूक्ष्म है, जम भी सूक्ष्म ने। जमा की मार तो गुरु का सिमरन छड़ा लेगा। उत्थे गुरु अर्जुन साहब का आप बचन साझा कर दईए। सतगुरु कह जिस सिमरत सब किलविख नासै, पितरी होए उधारो सो हर हर तुम सद ही जापो जाका अंत ना पारो। उस परमात्मा का नाम जपो जिन्हें तुहाडे पितरां दा भी उधार कर देना है। अगली बेनती करा, जे कुछ नाल खड़ना है वो साडा जप तप ही जाएगा, इस तो बिना होर कुछ नहीं जाता। एक प्रमाण दे देना, बाकी आप कल वेख लांगे। गुरु अर्जुन साहब का असीं बचन पढ़ते हैं जी, करो बेनंती सुनो मेरे मीता, नानक अगे सो मिले। करो बेनंती सुनो मेरे मीता, संत टहल की बेला इहां खाट चलो हर ला। इथों नाम जप के चल, इहां खाट चलो हर लाहा आग्या बसन सुहेला। अगे तेरा जिहड़ा जीवन सौखा हो जाएगा। नाम नूं छड्ड के जिहड़े तुसीं पकवान जां तुसीं अस्थूल चीज़ां फड़ी फिरदे जे, इन्हां दे विचों कोई भी नाल नहीं जाती। हुण समय की समाप्ति है, कल मैं थोड़ी जी इहदी विचार कर देवांगा कि नानक अगे सो मिले जे खट्टे घाले दे। अगे सिमरन आत्मा तक पहुँचदा है, तो वह किवें पहुँचदा ये आपां कल नूं वेखांगे। इन्नियां क बेनतियां प्रवान होईयां भुल्लां गलतियां दी खिमा। इत्थे आओ एक मैं समाप्ति तो पहला बेनती कर देवां, गुरमुखो इन्हां वਹਿਮਾਂ दे विचों निकल जाओ। कुछ नहीं जे नाल वड्डियां दे जाना, केवल तो केवल सिमरन तो इन्हां चीज़ों तो असी गुरमत नूं सीखीए। कथा करन दा भाव इन्ना ही हुंदा, असी इन्हां चीज़ों नूं सीख सकीए। आओ पावन पंक्तियां दा जाप सरवण करके समाप्ति करिए। वड्डियां हथ दलाल के मुसफी एह करे, नानक अग्गै सो मिलै जे खट्टे घाले दे।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।